ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ, ਜਿੱਥੇ ਇੱਕ ਪਾਸੇ ਮਤਲਬ ਹੁਣ ਇਹ ਸਿਚੁਏਸ਼ਨ ਬਣਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ। ਬਾਹਰ ਜਦੋਂ ਅਸੀਂ ਦੇਖਦੇ ਹਾਂ ਡਾਇਸਪੋਰਾ ਦੇ ਵਿੱਚ ਸਿੱਖਾਂ ਨੇ ਮਤਲਬ ਪ੍ਰੋਟੈਸਟ ਕਰਨ ਦੀ ਲਾਈਨ ਰੱਖੀ ਹੈ। ਇੱਥੇ ਦੇ ਜਿਹੜੇ ਕਾਂਗਰਸਮੈਨ ਹੈਗੇ ਆ, ਸੈਨੇਟਰਸ ਨੇ ਜਾਂ ਇੱਥੇ ਦੇ ਕਾਨੂੰਨ ਘਾੜੇ ਨੇ, ਉਹਨਾਂ ਤੱਕ ਪਹੁੰਚ ਕਰਨ ਦੀ ਵੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋਈ ਹੈ। ਮਤਲਬ ਇੱਕ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ, ਜਿਹੜਾ ਇੱਕ ਪਬਲਿਕ ਜਾਂ ਸਿੱਖਾਂ ਦਾ ਰਿਐਕਸ਼ਨ ਆ, ਇਹਦਾ ਇੱਕ ਆਪਣੇ ਕਿਸਮ ਦਾ ਇੰਪੈਕਟ ਹੁੰਦਾ ਅਤੇ ਉਹ ਨਜ਼ਰ ਆਉਂਦਾ ਗਵਰਨਮੈਂਟ ਦੇ ਉੱਤੇ। ਕਿਤੇ ਨਾ ਕਿਤੇ ਜਿਵੇਂ ਸੈਨ ਫਰਾਂਸਿਸਕੋ ਜਾਂ ਲੰਡਨ ਦੇ ਵਿੱਚ ਹੋਇਆ, ਉਹ ਥੋੜ੍ਹਾ ਜਿਹਾ ਮੋਰ ਅਗਰੈਸਿਵ ਸਟਾਂਸ ਦੇ ਉੱਤੇ ਵੀ ਚਲਾ ਜਾਂਦਾ ਆ, ਜਿਹਦੇ 'ਤੇ ਫਿਰ ਉਹ ਡਿਪਲੋਮੈਟਿਕਲੀ ਤਲਬ ਕਰਨ ਦੀ ਲਾਈਨ ਹੋਵੇ ਭਾਰਤ ਵੱਲੋਂ ਜਾਂ ਡਿਪਲੋਮੈਟਿਕਲੀ ਪ੍ਰੋਟੈਸਟ ਕਰਨ ਦੀ ਲਾਈਨ ਹੋਵੇ, ਉਹ ਦੇਖਣ ਨੂੰ ਮਿਲਦੀ ਹੈ। ਮਤਲਬ ਇਸ ਰਿਐਕਸ਼ਨ ਦੇ ਵਿੱਚੋਂ ਜੋ ਉਪਜ ਰਿਹਾ ਇੱਥੇ ਬਾਹਰ, ਕੀ ਉਹਦਾ ਤੁਹਾਨੂੰ ਲੱਗਦਾ ਵੀ ਉੱਥੇ ਕੋਈ ਇੰਪੈਕਟ ਨਜ਼ਰ ਆਉਂਦਾ? ਅਤੇ ਨਾਲ ਹੀ ਨਾਲ ਮਤਲਬ ਹੁਣ ਇਸ ਸਾਰੀ ਸਿਚੁਏਸ਼ਨ ਨੂੰ ਜਿਵੇਂ ISI ਅਤੇ ਪਾਕਿਸਤਾਨ ਦੇ ਨਾਲ ਜੋੜਿਆ ਗਿਆ। ਪਹਿਲਾਂ ਰਿਪੋਰਟਸ ਆਈਆਂ, ਰਿਪੋਰਟਸ ਤੋਂ ਬਾਅਦ ਹੁਣ ਮਤਲਬ ਆਫੀਸ਼ੀਅਲੀ ਉਹਨਾਂ ਨੇ ਇਹ ਗੱਲ ਉਹ ਕਰ ਦਿੱਤੀ ਹੈ ਕਿ ਜੀ ਇਹਨਾਂ ਦੀ ਟ੍ਰੇਨਿੰਗ ਵੀ ਉੱਧਰ ਹੋਈ ਹੈ। ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਫੰਡਿੰਗ ਨੂੰ ਲੈ ਕੇ ਫਿਰ ਉਹਨੂੰ ਸਿੱਖਸ ਫॉर ਜਸਟਿਸ, ISI, ਪਾਕਿਸਤਾਨ ਸਾਰੇ ਕਾਸੇ ਨਾਲ ਹੀ ਜੋੜ ਦਿੱਤਾ ਆ। ਵੀ ਇਹ ਲਾਈਨ ਕੀ ਹੈ ਐਗਜ਼ੈਕਟਲੀ? ਦੇਖੋ, ਜੇ ਭਾਰਤ ਦੇ ਨੀਤੀ ਘਾੜਿਆਂ ਦੀ ਅੱਖ ਤੋਂ ਦੇਖਣਾ ਹੋਏ ਤੇ ਅਸੀਂ ਦੇਖਦੇ ਹਾਂ ਕਿ ਜੇ ਇੱਕ ਪਾਸੇ 1980 'ਚ ਉਹਨਾਂ ਨੇ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ, ਐਮਰਜੈਂਸੀ ਟੁੱਟਣ ਤੋਂ ਬਾਅਦ ਹਕੂਮਤ ਦੂਜੀ ਜਨਤਾ ਪਾਰਟੀ ਦੀ ਬਣੀ, ਫਿਰ ਉਹਨਾਂ ਦਾ ਕੰਮ ਚੱਲਿਆ ਨਹੀਂ। ਅਤੇ ਜਿੱਥੇ ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਨੀਤੀ ਬਣਾਉਣੀ ਸ਼ੁਰੂ ਕੀਤੀ, ਔਰ ਸਾਡੇ ਕੋਲ ਹੁਣ ਤਾਂ ਇਸ ਗੱਲ ਦੀ ਐਵੀਡੈਂਸ ਹੈ ਕਿ ਕਿਵੇਂ ਉਹਨਾਂ ਨੇ 1980 'ਚ ਹੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਿਵੇਂ ਜਿਹੜਾ ਆਰਮੀ ਕਮਾਂਡੋ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੋਈ। ਔਰ ਉਸੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1980 ਦੀ ਬਿਗਨਿੰਗ 'ਚ ਕੈਨੇਡਾ, ਜਿਹੜਾ ਕਿ ਵੱਡਾ ਸਿੱਖ ਪਾਪੂਲੇਸ਼ਨ ਦਾ ਕੇਂਦਰ ਸੀ, ਉਸ ਦੇ ਵਿੱਚ ਉਹਨਾਂ ਦੀ ਰਾਹ ਨੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕੀਤਾ। ਪੀਪ ਗੁਰਦੁਆਰਾ ਟੋਰਾਂਟੋ 'ਚ, ਔਰ ਅਸੀਂ ਦੇਖਦੇ ਹਾਂ ਕਿ 1985 ਤੱਕ ਪਹੁੰਚਦੇ 5 ਸਾਲ ਦੇ ਵਿੱਚ ਉਹ ਏਅਰ ਇੰਡੀਆ ਕਨਿਸ਼ਕਾ ਵਰਗਾ ਜਿਹੜਾ ਕਾਰਾ ਕਰਕੇ ਸਮੁੱਚੀ ਜਿਹੜੀ ਸਿੱਖ ਮੂਵਮੈਂਟ ਹੈ, ਜਿਹੜੀ ਵਿਕਟਮ ਸੀ, ਜਿਨ੍ਹਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਥਾਂ ਦੇ ਉੱਤੇ ਜਿਹੜਾ ਫੌਜੀ ਹਮਲਾ ਕੀਤਾ ਗਿਆ ਸੀ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਲੋਕ ਮਾਰੇ ਗਏ ਸੀ ਸ਼ਰਧਾਲੂ, ਲੇਕਿਨ ਅਸੀਂ ਵਿਕਟਮ ਦੀ ਥਾਂ ਦੇ ਉੱਤੇ ਸਾਨੂੰ ਜਿਹੜਾ ਉਹਨਾਂ ਨੇ ਐਕਿਊਜ਼ਡ ਬਣਾ ਕੇ, ਕਲਪਰੇਟ ਬਣਾ ਕੇ, ਕ੍ਰਿਮੀਨਲ ਬਣਾ ਕੇ ਖੜਾ ਕਰ ਦਿੱਤਾ। 329 ਜਿਹੜੇ ਬੇਕਸੂਰ ਇਨੋਸੈਂਟ ਲੋਕਾਂ ਦੀਆਂ ਜਾਨਾਂ ਲੈ ਕੇ, ਔਰ ਉਹ ਫਿਰ ਲਗਾਤਾਰ ਕਿਵੇਂ ਉਸ ਦਾ ਇਸਤੇਮਾਲ ਕੀਤਾ ਉਹਨਾਂ ਨੇ ਸਾਡੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ। ਸੋ ਇਸ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ 1980 'ਚ ਜਦੋਂ ਅਜੇ ਸਿੱਖਾਂ ਨੂੰ ਵੀ ਨਹੀਂ ਸੀ ਪਤਾ ਵੀ ਉਹਨਾਂ ਨਾਲ ਕੀ ਹੋਣ ਜਾ ਰਿਹਾ ਹੈ, ਉਹਨਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਸੀ ਕਿ ਡਾਇਸਪੋਰਾ ਸਿੱਖ ਕੀ ਕਰਨਗੇ, ਔਰ ਕੈਨੇਡਾ ਦੇ ਵਿੱਚ ਵੱਡੀ ਪਾਪੂਲੇਸ਼ਨ ਸੀ, ਔਰ ਉਹਨਾਂ ਨੇ ਆਲਰੇਡੀ ਇਸ ਕਿਸਮ ਦਾ ਕਾਰਾ ਕੀਤਾ ਕਿ ਇਕੱਲਾ ਕੈਨੇਡਾ ਨਹੀਂ, ਅਮਰੀਕਾ, UK, ਦੁਨੀਆ ਭਰ ਦੇ ਵਿੱਚ ਜਿਹੜੀ ਹੈ ਸਿੱਖ ਮੂਵਮੈਂਟ, ਖਾਲਿਸਤਾਨ ਦੀ ਮੂਵਮੈਂਟ, ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤੀ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਡਾਇਸਪੋਰਾ ਬਹੁਤ ਪਾਵਰਫੁਲ ਬਣ ਕੇ ਉੱਭਰਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। 5 ਤੋਂ 6 ਮਿਲੀਅਨ ਇਸ ਵੇਲੇ ਨੰਬਰ ਹੈ, ਔਰ ਡਾਇਸਪੋਰਾ ਨੇ ਨਾ ਸਿਰਫ ਇਹਨਾਂ 'ਚ ਆਲਮੋਸਟ 39 ਸਾਲ 'ਚ ਮੂਵਮੈਂਟ ਨੂੰ ਜਿਉਂਦਿਆਂ ਰੱਖਿਆ ਹੈ, ਪਰ ਪੋਲੀਟੀਕਲ ਇਨਰੋਡਸ ਵੀ ਬਣਾਈਆਂ ਨੇ। 84 ਦੇ ਪੀਰੀਅਡ ਤੋਂ ਸਾਡੇ ਆਪਣੇ ਕੋਈ MP ਜਾਂ ਕੋਈ ਉਸ ਲੈਵਲ ਦੇ ਜਾਂ ਦੂਸਰਾ ਨਹੀਂ ਸੀ, ਜਿਵੇਂ ਹੁਣ ਸਾਡੇ ਕੋਲ ਕੈਨੇਡਾ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ, ਜਿਵੇਂ ਅਸੀਂ ਜ਼ਿਕਰ ਕੀਤਾ। ਹੁਣ ਜੇ ਆਸਟ੍ਰੇਲੀਆ ਦੇ ਵਿੱਚ 2 ਪ੍ਰੋਮੀਨੈਂਟ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹ ਬਾਹਰ ਆਉਂਦੇ ਨੇ ਜਦੋਂ ਕਿ ਫੈਡਰਲ ਉਹਨਾਂ ਦੀ ਪਾਰਲੀਮੈਂਟ ਦੇ ਬਾਹਰ ਧਰਨਾ ਚੱਲ ਰਿਹਾ, ਔਰ ਐਡਰੈਸ ਕਰਦੇ ਨੇ, ਨਾਲ ਸ਼ੋ ਅਪ ਕਰਦੇ ਨੇ, ਇਹ ਸਿੱਖ ਲੌਬੀ ਦਾ ਨਤੀਜਾ ਹੈ। ਔਰ ਜੇ ਉਹਨਾਂ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਜਾਂ ਅਮਰੀਕਾ 'ਚ ਹੁਣ ਕਾਂਗਰਸਮੈਨਾਂ ਨਾਲ ਲੌਬੀ ਹੋ ਰਹੀ ਹੈ, ਜਾਂ UK ਦੇ ਵਿੱਚ ਚਲੋ 2 ਸਿੱਖ MP, ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਉਹ ਤਾਂ ਉਹਨਾਂ ਨੇ ਤਾਂ ਦਿੱਤੀ ਸਟੇਟਮੈਂਟ, ਪਰ ਇਹਨਾਂ ਦੀ ਹੋਂਦ, ਔਰ ਖਾਸ ਤੌਰ 'ਤੇ ਜਦੋਂ ਜਗਮੀਤ ਸਿੰਘ NDP ਪਾਰਟੀ ਲੀਡਰ, ਜਿਹਦੀ ਵਿਸਾਖੀਆਂ ਦੇ ਸਹਾਰੇ ਜਸਟਿਨ ਟਰੂਡੋ ਦੀ ਗਵਰਨਮੈਂਟ ਖੜੀ ਹੈ, ਔਰ ਟਿਮ ਓਪਲ, ਉਦੋਂ ਜਦੋਂ ਮੈਂ ਜ਼ਿਕਰ ਕੀਤਾ ਮੈਨੂੰ ਨਹੀਂ ਸੀ ਪਤਾ, ਉਹ ਡਿਪਟੀ ਲੀਡਰ ਹੈ ਕੰਜ਼ਰਵੇਟਿਵ ਪਾਰਟੀ ਦਾ। ਹੁਣ ਇੱਕ ਟਰਬਨਡ ਅੰਮ੍ਰਿਤਧਾਰੀ ਸਿੱਖ ਡਿਪਟੀ ਲੀਡਰ ਹੈ, ਇੱਕ NDP ਦਾ ਅੰਮ੍ਰਿਤਧਾਰੀ ਸਿੱਖ ਜਿਹੜਾ ਹੈ ਉਹ ਲੀਡਰ ਹੈ।
ਹੁਣ ਉਹ ਜਦੋਂ ਟਵੀਟ ਕਰਕੇ ਕਹਿੰਦੇ ਨੇ ਜੀ ਇਹ ਤਾਂ 1980 ਦੇ ਦੌਰ 'ਚ ਸਾਨੂੰ ਧੱਕਿਆ ਜਾ ਰਿਹਾ, ਸਿਵਲ ਲਿਬਰਟੀਜ਼ ਔਰ ਇਹ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ, ਇੰਟਰਵੀਨ ਕਰੋ ਇਸ ਸਾਰੇ ਦੇ ਉੱਤੇ। ਸੋ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਮੈਂ ਪਹਿਲਾਂ ਪੋਲੀਟੀਕਲ ਤੋਂ ਗੱਲ ਕਰਾਂ ਵੀ ਅਸੀਂ ਇਕੱਲੇ 80ਵਿਆਂ ਦੇ ਵਿੱਚ ਤਾਂ ਸਾਡੇ ਕੋਲ ਕੌਂਸੂਲੇਟਾਂ ਜਾਂ ਹਾਈ ਕਮਿਸ਼ਨਾਂ ਦੇ ਬਾਹਰ ਖਲੋ ਕੇ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲਾ ਸੀ ਸਾਡੇ ਕੋਲ। ਹੁਣ ਸਾਡੇ ਕੋਲ ਇਨਸਾਈਡ ਵੀ ਹੈ। ਔਰ ਜਿਵੇਂ ਆਸਟ੍ਰੇਲੀਆ ਦੇ ਵਿੱਚ ਮੈਂ ਦੇਖਿਆ, ਔਰ ਮੈਂ ਮੁਬਾਰਕਬਾਦ ਦਿੰਦਾ ਆਪਣੇ ਉੱਥੋਂ ਦੇ ਵੀਰਾਂ ਭੈਣਾਂ ਨੂੰ ਕਿ ਉਹਨਾਂ ਨੇ ਜਿਵੇਂ ਸਾਈਮਲਟੇਨੀਅਸਲੀ ਪ੍ਰੋਟੈਸਟ ਜਿਹੜੇ ਨੇ ਪਰਥ ਦੇ ਵਿੱਚ, ਜਿਹਦੀ ਕੰਟੀਨਿਊਟੀ ਹੋਈ 5 ਸੇ, ਕਿਉਂਕਿ ਜੇ ਤੁਹਾਡੇ ਕੋਲ ਅਜੇ ਪਰਮਿਸ਼ਨ ਨਹੀਂ ਹੈ ਤਾਂ ਕੁਝ ਚੀਜ਼ਾਂ ਟੈਕਨੀਕਲੀ ਵਕਤ ਲੱਗਦਾ ਹੈ। ਉਹਨਾਂ ਨੇ ਕਿਹਾ ਜੀ 5 ਤੋਂ 7 ਬੰਦੇ, ਉਹ 5 ਵੀ ਜਾ ਕੇ ਖਲੋ ਗਏ ਔਰ ਉਹ ਬਰਾਬਰ ਚੱਲ ਰਿਹਾ, ਉਹਨਾਂ ਦਾ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਜੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਫਿਰ ਦੂਸਰੇ ਹਿੱਸੇ ਦੇ ਸਿੱਖ ਜਾ ਕੇ ਉਹਨਾਂ ਨੇ ਕੈਨਬਰਾ, ਆਸਟ੍ਰੇਲੀਆ ਦੀ ਕੈਪੀਟਲ ਕੈਨਬਰਾ, ਹੁਣ ਉੱਥੇ ਸਿੰਘਾਂ ਦੇ ਜਥੇ 2 ਹਿੱਸਿਆਂ 'ਚ ਉਹਨਾਂ ਨੇ ਪਰਮਾਨੈਂਟ ਜਿਹੜਾ ਉਹ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ, ਦੂਸਰੇ ਪਾਸੇ ਫੈਡਰਲ ਪਾਰਲੀਮੈਂਟ ਦੇ ਬਾਹਰ ਲੋਕ, ਜਿਨ੍ਹਾਂ ਨੂੰ ਆ ਕੇ 2 ਮੈਂਬਰ ਪਾਰਲੀਮੈਂਟ ਜਿਹੜੇ ਨੇ ਗੋਰੇ, ਉਹ ਆ ਕੇ ਐਡਰੈਸ ਕਰਦੇ ਨੇ। ਹੁਣ ਇਹ ਤਾਂ ਇਸ ਔਰ ਦੂਸਰੇ ਛੋਟੇ ਲੈਵਲ ਤੇ ਕਿੰਨੀਆਂ ਥਾਵਾਂ ਤੇ ਪ੍ਰੋਟੈਸਟ ਨੇ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਨਿਊਯਾਰਕ, ਵਾਸ਼ਿੰਗਟਨ ਔਰ ਪ੍ਰੀਵੀਅਸ ਨਾਈਟ ਟੋਰਾਂਟੋ ਦੇ ਵਿੱਚ ਉਹਨਾਂ ਦੇ ਸਿਟੀ ਸੈਂਟਰ 'ਚ ਜਸਟ ਵਿਦਨ ਆਵਰਸ, ਜੋ ਇਹ ਖਬਰ ਸਪਰੈਡ ਦਿਨ ਵੇਲੇ ਹੁੰਦੀ ਹੈ, ਉੱਥੇ 500-600 ਜਿਹੜੇ ਨੌਜਵਾਨ ਨੇ ਜਿਨ੍ਹਾਂ 'ਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਨੇ, ਉਹ ਆ ਕੇ ਇਕੱਠੇ ਹੋ ਜਾਂਦੇ ਨੇ। ਫਿਰ ਅਸੀਂ ਦੇਖਦੇ ਹਾਂ ਭਾਈ ਮਨਵੀਰ ਸਿੰਘ ਹੋਰਾਂ ਨੇ ਕੱਲ ਸਾਨੂੰ ਉਸ ਦੀ ਪਿਕਚਰਸ ਵੀ ਭੇਜੀਆਂ ਔਰ ਦੂਸਰਾ ਵੀ ਕਿ ਵੀ ਇਹ ਪਾਰਟ ਜਿਹੜਾ ਵੱਡੀ ਗਿਣਤੀ ਦੇ ਵਿੱਚ ਮੌਂਟਰੀਆਲ ਦੇ ਵਿੱਚ ਤੁਰ ਕੇ ਸਿੱਖ ਸੰਗਤਾਂ ਔਰ ਦੂਸਰੇ ਥਾਵਾਂ ਤੋਂ ਆਟਵਾ ਪਹੁੰਚ ਜਾਂਦੀਆਂ ਨੇ। ਹੁਣ ਇੱਕ ਵੱਡਾ ਪ੍ਰੋਟੈਸਟ ਆਉਣ ਵਾਲੇ ਦਿਨਾਂ 'ਚ ਆਟਵਾ ਦੇ ਵਿੱਚ ਫਿਰ ਰੱਖਿਆ ਗਿਆ, ਸ਼ਾਇਦ 23 ਮਾਰਚ ਦਾ ਦਿਨ ਹੈ ਜੀ। ਸਰੀ ਦੇ ਵਿੱਚ ਅਸੀਂ ਇਹ ਦੇਖਿਆ ਵੀ ਸਪੌਂਟੇਨੀਅਸ ਵੀ ਪ੍ਰੋਟੈਸਟ ਸੀ ਔਰ ਅੱਜ ਉਹਨਾਂ ਦਾ ਆਪਣਾ ਮੀਡੀਆ ਇਹ ਬਿਆਨਦਾ ਹੈ ਕਿ ਕਿਸੇ ਨੇ ਇੰਡੀਅਨ ਕੌਂਸਲ ਜਨਰਲ ਨੇ ਕਿਸੇ ਥਾਂ ਤੇ ਆਉਣਾ ਸੀ, ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਔਰ ਦਰਸ਼ਕ ਨਾਲ ਪਿਕਚਰਸ ਵੀ ਦੇਖ ਰਹੇ ਨੇ ਕਿ ਵੀ ਪਹੁੰਚ ਗਏ ਪ੍ਰੋਟੈਸਟਰ ਕਿ ਉੱਥੇ ਉਹਦਾ ਆਉਣਾ ਹੀ ਸੰਭਵ ਨਹੀਂ ਹੋਇਆ। ਉਹਨੇ ਦੇਖਿਆ ਵੀ ਘੇਰਿਆ ਹੋਇਆ ਸਾਰਾ ਜੀ। ਹੁਣ ਇਹ ਸਾਰੇ ਔਰ ਮਲਟੀਪਲ ਪਲੇਸਿਸ, ਔਰ ਜਿਵੇਂ ਸਾਨੂੰ ਭਾਈ ਗੁਰਦੇਵ ਸਿੰਘ, ਭਾਈ ਮੱਖਣ ਸਿੰਘ, ਉਹਨਾਂ ਨੇ ਸ਼ਿਕਾਗੋ ਤੋਂ ਔਰ ਉੱਥੋਂ ਕਲਾਮਾਜ਼ੂ ਤੋਂ ਜਾਣਕਾਰੀ ਭੇਜੀ ਹੈ ਕਿ ਉੱਥੇ ਕੱਲ ਜਿਹੜਾ ਪ੍ਰੋਟੈਸਟ ਹੋਣ ਜਾ ਰਿਹਾ। ਇਸੇ ਤਰ੍ਹਾਂ ਹੋਰ ਇੰਨੇ ਕੁ ਗਿਣਤੀ ਹੈ ਕੈਨੇਡਾ ਦੇ ਵਿੱਚ, ਸਰੀ ਤੋਂ ਲੈ ਕੇ ਟੋਰਾਂਟੋ ਤੱਕ। ਔਰ ਵੀਰ ਓਮਕਾਰ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਪਿਕਚਰਸ ਵੀ ਕਿ ਕੈਲਗਰੀ ਔਰ ਐਡਮਿੰਟਨ ਦੇ ਵਿੱਚ ਵੀ ਜਿਹੜੇ ਨੇ ਉਹ ਪ੍ਰੋਟੈਸਟ ਹੋਏ ਨੇ ਆਉਣ ਵਾਲੇ ਕਈ ਥਾਵਾਂ ਤੇ ਪੱਕੇ ਤੌਰ ਤੇ। ਹੁਣ 2 ਥਾਵਾਂ ਐਸੀਆਂ ਨੇ ਜਿੱਥੋਂ ਦੇ ਹੁਣ ਪ੍ਰੋਟੈਸਟ ਤਾਂ ਵਰਲਡ ਵਾਈਡ ਨੇ ਜੀ, ਗਲੋਬਲ ਔਰ ਇਨਸਟੈਂਟ, ਲੇਕਿਨ 2 ਥਾਵਾਂ ਨੂੰ ਆਧਾਰ ਬਣਾ ਕੇ ਇੰਡੀਆ ਨੇ ਸਭ ਤੋਂ ਜ਼ਿਆਦਾ ਚੀਕਾਂ ਮਾਰੀਆਂ। ਇੱਕ ਲੰਡਨ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ, ਜਿੱਥੇ ਮੈਂ ਕੱਲ ਕਿਹਾ ਸੀ ਕਿ ਭਾਈ ਇਹ ਅੰਗਰੇਜ਼ ਹੀ ਵੰਡ ਕੇ ਆਏ ਸੀ ਪੰਜਾਬ ਨੂੰ ਜੀ, ਇਹੀ ਅੰਗਰੇਜ਼ ਇਹਨਾਂ ਬਾਹਮਣਾਂ ਦੇ ਹਵਾਲੇ ਪਾਵਰ ਕਰਕੇ ਆਏ ਸੀ ਔਰ ਅਸੀਂ ਇੰਗਲੈਂਡ, ਇਹਨਾਂ ਨੇ ਸਾਡੇ ਨਾਲ ਉਦੋਂ ਇਹਨਾਂ ਨੇ ਸਾਡਾ ਰਾਜ ਖੋਇਆ ਸੀ 1849 ਤੇ ਇਹਨਾਂ ਦੇ ਮੁਲਕ ਦੇ ਪ੍ਰੋਮੀਨੈਂਟ ਸ਼ਹਿਰ ਦੇ ਵਿੱਚ ਤਿਰੰਗਾ ਲਾ ਕੇ ਅਸੀਂ ਦੱਸ ਦਿੱਤਾ ਕਿ ਵੀ ਇਹਨਾਂ ਦਾ ਰਾਜ ਮੁੱਕ ਗਿਆ। ਹੁਣ ਜਿਹੜਾ ਖਾਲਸੇ ਦਾ ਰਾਜ ਹੈ ਦੂਸਰਾ, ਲੇਕਿਨ ਉਹਨੂੰ ਆਧਾਰ ਬਣਾ ਕੇ ਇੰਡੀਆ ਨੇ ਜਿਵੇਂ ਬ੍ਰਿਟਨ ਹਾਈ ਕਮਿਸ਼ਨ ਦਾ ਨੂੰ ਹਾਇਰ ਆਫੀਸ਼ੀਅਲ ਨੂੰ ਸਮਨ ਕੀਤਾ, ਪ੍ਰੋਟੈਸਟ ਕੀਤਾ ਜੀ ਤੁਸੀਂ ਪ੍ਰੋਟੈਕਸ਼ਨ ਕਰਨੀ ਹੈ, ਤੁਸੀਂ ਨਹੀਂ ਕੀਤੀ। ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਭਾਈ ਉਹਨਾਂ ਦੇ ਇਨਰ ਸਟਾਫ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਵੀ ਉਹ ਖਿੜਕੀਆਂ ਤੋੜਨ ਜਾਂ ਵਾਇਲੈਂਸ ਕਰਨ ਦੇ ਵਿੱਚ ਤਾਂ ਕਿ ਸਿੱਖਾਂ ਨੂੰ ਬਲੇਮ ਕੀਤਾ ਜਾ ਸਕੇ। ਸੋ ਉਹਦੇ ਥੱਲੇ ਉਹ 2 ਪਰਪਸ ਜਿਹੜੇ ਨੇ ਉਹ ਉਹਨਾਂ ਦੇ ਸਰਵ ਹੁੰਦੇ ਨੇ। ਇੱਕ ਤਾਂ ਉਹ ਦਬਾਅ ਬਣਾ ਕੇ ਰੱਖ ਰਹੇ ਨੇ ਹਕੂਮਤਾਂ ਦੇ, ਕਿਉਂਕਿ ਯੂਕੇ ਨੇ ਵੀ ਰੈਫਰੈਂਡਮ ਖਾਲਿਸਤਾਨ ਦੇ ਮੌਕੇ ਉਹ ਯੀਲਡ ਨਹੀਂ ਕੀਤਾ ਕਿ ਦੇਖੋ ਤੁਸੀਂ ਗੁਨਾਹਗਾਰ ਹੋ, ਉਹਨਾਂ ਨੂੰ ਫੀਲਿੰਗ ਆਫ ਸਿਨ ਦੇਣਾ, ਪੋਲੀਟੀਕਲ ਸਿਨ ਕਰ ਰਹੇ ਹੋ। ਦੂਸਰਾ ਉਹ ਇਹ ਵੀ ਦੱਸ ਰਹੇ ਨੇ ਆਪਣੀ ਹਿੰਦੂ ਕਰਾਊਡ ਨੂੰ ਜਾਂ ਦੂਜੇ, ਦੇਖੋ ਜੀ ਇਹ ਹੁਲੀਗਨ, ਇਹ ਤਾਂ ਭਾਰਤ ਮਾਤਾ ਔਰ ਤਿਰੰਗਾ ਉਹਨੂੰ ਕਰ ਰਹੇ ਨੇ। ਹੁਣ ਜਿਸ ਦੀ ਹਕੂਮਤ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਕੱਲ ਇੰਡੀਆ ਟੁਡੇ ਦੇ ਇੱਕ ਫੰਕਸ਼ਨ ਨੂੰ ਐਡਰੈਸ ਕਰ ਰਿਹਾ ਔਰ ਉਹਦੇ 'ਚ ਉਹ ਬਿਗਨਿੰਗ 'ਚ ਹੀ ਕਹਿੰਦਾ ਹੈ ਕਿ ਵੀ ਜੋ ਭਾਰਤ ਮਾਂ को चैलेंज करेगा उसके साथ वो हशर होगा कि ज़माना जानेगा। सो ये हुण जदों भारत मां दे नाल फिर तिरंगा भी जुड़ जाता है, भारत मां दे नाल खालिस्तान जिंदाबाद कहना भी जिहड़ा वो भारत मां दे आंचल दे उत्ते जिहड़ा वो
ਲੁੱਕ ਦਾ ਡਰਮ ਸੁੱਟਣ ਵਾਂਗ ਹੋ ਜਾਂਦਾ ਇਹਨਾਂ ਦੇ ਲਈ। ਉਹ ਆਪ ਜੋ ਮਰਜ਼ੀ ਬਕਵਾਸ ਕਰਨ, ਹਿੰਦੂ ਰਾਸ਼ਟਰ ਤੋਂ ਲੈ ਕੇ ਕਾਟ ਦੋ, ਫੇਂਕ ਦੋ, ਇਹ ਵੋ। ਔਰ ਤੁਸੀਂ ਅਦਰਵਾਈਜ਼ ਦੇਖੋ ਜਿਹੜੇ ਉਹਨਾਂ ਦੇ ਟਵੀਟ ਚੱਲ ਰਹੇ ਨੇ, ਔਰ ਅਸੀਂ ਡਿਸਕਸ ਵੀ ਨਹੀਂ ਕਰ ਸਕਦੇ, ਉਹ ਤਾਂ ਸਿੱਖਾਂ ਨੂੰ ਉਹੀ ਕੁਝ ਕਹਿ ਰਹੇ ਨੇ ਜੋ ਕਿ ਇੱਕ ਆਰਮੀ ਬ੍ਰਿਗੇਡੀਅਰ ਨੇ ਅਰਲੀ 90s 'ਚ ਝਬਾੜ ਇਲਾਕੇ ਦੇ 20-25 ਪਿੰਡਾਂ ਦੇ ਸਰਪੰਚਾਂ ਨੂੰ, ਪੰਚਾਂ ਨੂੰ ਇਕੱਠੇ ਕਰਕੇ ਪਬਲਿਕ ਸਾਹਮਣੇ ਕਿਹਾ ਸੀ ਕਿ ਵੀ ਅਸੀਂ ਜਿਹੜਾ ਉਹਦਾ ਅੰਗਰੇਜ਼ੀ 'ਚ ਸੀ ਉਹਦਾ ਹੁਕਮ, ਜਿਹਨੂੰ ਬਿਆਨਿਆ ਗਿਆ ਕਿ ਭਾਈ we will kill all your male members and will confine your women to army cantonments and will breed a new race which will be loyal to India। ਕਿ ਅਸੀਂ ਤੁਹਾਡੇ ਸਾਰੇ ਬੰਦੇ ਮਾਰ ਦੇਣੇ ਨੇ ਮੁੰਡੇ, ਤੁਹਾਡੀਆਂ ਔਰਤਾਂ ਨੂੰ ਜਿਹੜਾ ਅਸੀਂ ਰੱਖਾਂਗੇ ਆਪਣੀਆਂ ਕੰਟੋਨਮੈਂਟਾਂ 'ਚ, ਇੱਕ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਭਾਰਤ ਨੂੰ ਲਾਇਲ ਹੋਏ। ਅੱਜ ਸਾਨੂੰ ਇੰਗਲੈਂਡ ਤੋਂ ਦੂਜੇ 2-3 ਟਵੀਟ ਉਸ ਲੈਵਲ ਦੇ ਜਿਹੜੇ 'ਚੋਂ ਕਹਿ ਰਹੇ ਨੇ ਕਿ ਮਾਰ ਦਿਓ ਇਹ ਸਾਰੇ, ਬਾਹਰਲੀਆਂ ਸਟੇਟਾਂ 'ਚ ਵੀ ਇੰਡੀਆ ਦੇ ਜਿਹੜੇ ਨੇ, ਔਰ ਇਹਨਾਂ ਨੂੰ ਜਿਹੜਾ ਸਬਕ ਸਿਖਾਓ ਔਰ ਇਹ ਟੇਕ ਓਵਰ ਕਰ ਲਓ, ਇਹਨਾਂ ਦਾ ਸਾਰਾ ਕੁਝ ਖੋਹ ਲਓ ਜੀ। ਹੁਣ ਇੱਕ ਪਾਸੇ ਇਹ ਮਾਹੌਲ ਸਿਰਜਿਆ ਜਾ ਰਿਹਾ, ਪਰ ਲੰਡਨ ਇਨਸੀਡੈਂਟ ਉਹਦੇ ਨਾਲ ਹੀ ਜੁੜ ਕੇ ਫਿਰ ਸੈਨ ਫਰਾਂਸਿਸਕੋ, ਜਿੱਥੇ ਕਿ ਬੇਸ਼ੱਕ ਨੌਜਵਾਨ ਤਾਂ ਉਸੇ ਰਾਤ ਪਹੁੰਚ ਗਏ, ਕੱਲ ਨੌਜਵਾਨਾਂ ਵੱਲੋਂ ਜਿਹੜਾ ਉਹ। ਔਰ ਇਹ ਗੱਲ ਦੇਖਣ ਵਾਲੀ ਹੈ ਵੀ ਜਿਵੇਂ ਇੱਥੇ ਇੱਕ ਕਾਮਯਾਬ ਅਸੀਂ ਨਿਊਯਾਰਕ ਦੇ ਪ੍ਰੋਟੈਸਟ ਵੀ ਦੇਖਿਆ, ਵੱਡੀ ਗਿਣਤੀ ਯੰਗਸਟਰ ਸੀ ਜਿਹੜੇ ਬਹੁਤ ਵਾਰੀ ਪਹਿਲਾਂ ਨਜ਼ਰ ਨਹੀਂ ਆਏ, ਕਿਸਾਨ ਮੂਵਮੈਂਟ ਵੇਲੇ ਸੀ। ਵਾਸ਼ਿੰਗਟਨ DC ਸਾਡੇ ਵੀਰ ਭਾਈ ਨਰਿੰਦਰ ਸਿੰਘ ਦੱਸ ਰਹੇ ਸੀ ਕਿ ਆਲ ਆਫ ਏ ਸਡਨ ਇੰਨੇ ਕੁ ਲੋਕ ਆਏ। ਹਾਲਾਂ ਗੁਰਦੁਆਰਾ ਮੈਨੇਜਮੈਂਟਾਂ ਤਾਂ ਬਹੁਤ ਵਾਰ ਉਵੇਂ ਹੀ ਹੁੰਦੀਆਂ, ਉਹਨਾਂ ਦੇ ਪ੍ਰਧਾਨ ਸੈਕਟਰੀ ਜੇਬ 'ਚ ਪਾ ਕੇ ਹੱਥ ਆ ਜਾਂਦੇ ਨੇ, ਲੇਕਿਨ ਯੰਗਸਟਰਸ ਇੰਨੀ ਵੱਡੀ ਗਿਣਤੀ 'ਚ ਅਪੀਅਰ ਹੋਏ ਕਿਉਂਕਿ ਇੱਕਦਮ ਉਹ ਕਨੈਕਸ਼ਨ ਹੈ। ਲੇਕਿਨ ਸੈਨ ਫਰਾਂਸਿਸਕੋ 'ਚ ਜਿਹੜੀ ਘਟਨਾ ਹੁੰਦੀ ਹੈ ਕਿ ਜੀ ਖਿੜਕੀਆਂ ਤੋੜ ਦਿੱਤੀਆਂ, ਦੂਜਾ ਹੋ ਗਿਆ। ਹੁਣ ਉਹਨਾਂ ਨੇ, ਇੰਡੀਆ ਨੇ ਅਮਰੀਕਾ ਦੇ ਵੀ ਚਾਰਜਰੀ ਅਫੇਅਰ, ਤੁਸੀਂ ਖਬਰ ਦੇਖੋਗੇ, ਇੰਡੀਆ ਕਾਲਸ ਇਨ US ਚਾਰਜਰੀ ਅਫੇਅਰ ਆਫਟਰ ਪ੍ਰੋ ਖਾਲਿਸਤਾਨੀ ਮੌਬ ਸਟਾਰਮ ਸੈਨ ਫਰਾਂਸਿਸਕੋ ਮਿਸ਼ਨ। ਉਹਨਾਂ ਨੇ ਚੈਲੰਜ ਕਰਕੇ ਜਿਹੜਾ ਉਹਨੂੰ ਸਮਨ ਕੀਤਾ ਕਿ ਜੀ ਇਹ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਪਾ ਰਹੇ ਹੋ। ਇੰਡੀਆ ਕਾਲਡ ਇਨ the US Chargery Affairs on Monday and conveyed its strong protest at the vandalization of the property of Consulate General of India, San Francisco, after a separatist mob caused disruption to its functioning। ਹੁਣ ਇਸ ਦੇ ਨਾਲ ਉਹਨਾਂ ਨੇ UK ਵਾਲਾ ਵੀ ਤਲਬ ਕੀਤਾ, ਅਮਰੀਕਾ ਵਾਲਾ ਵੀ ਕੀਤਾ, ਕੈਨੇਡਾ 'ਚ ਤਾਂ ਵੈਸੇ ਹੀ ਪ੍ਰੈਸ਼ਰ ਬਿਲਡ ਕੀਤਾ ਹੋਇਆ। ਲੇਕਿਨ ਤੁਸੀਂ ਇਹਨਾਂ ਦਾ ਇਹ ਪਾਰਟ ਦੇਖੋਗੇ, ਗੱਲ ਇਕੱਲੀ ਇਹ ਨਹੀਂ ਹੈ ਪੰਜਾਬ ਦੇ ਹਵਾਲੇ ਨਾਲ। ਬੇਸ਼ੱਕ ਦਫਾ 144 ਹੈ, ਪਰ ਸਾਡੀ ਜਾਣਕਾਰੀ ਮੁਤਾਬਕ ਹਰੀਕੇ ਪੱਤਣ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ ਜੀ। ਸੋਹਾਣਾ ਜਿੱਥੇ ਹਿਸਟੋਰੀਕਲ ਸ਼ਹੀਦਾਂ ਦੇ ਨਾਂ ਤੇ ਗੁਰਦੁਆਰਾ ਹੈ, ਸ਼ਾਇਦ ਨਿਹੰਗ ਸਿੰਘ ਬਾਬਾ ਹਨੂਮਾਨ ਸਿੰਘ ਦੇ ਨਾਂ ਦੇ ਉੱਤੇ, ਉੱਥੇ ਵੱਡੀ ਗਿਣਤੀ ਦੇ ਵਿੱਚ ਨੇ, ਔਰ ਥਾਈਂ ਹੋਰ ਵੀ ਹੈ। ਲੇਕਿਨ ਇੱਕ ਫੀਅਰ, ਡਰ ਔਰ ਉਸ ਦੇ ਥੱਲੇ ਇੱਕ ਰਿਪਰੈਸ਼ਨ ਦਾ ਦੌਰਾ ਵੀ ਚੱਲ ਰਿਹਾ। ਔਰ ਕੌਮੀ ਇਨਸਾਫ ਮੋਰਚੇ ਦੇ ਉੱਤੇ ਵੀ ਵੱਡਾ, ਔਰ ਕੁਦਰਤੀ ਕਾਲ ਜਦੋਂ ਸਾਡਾ ਚੱਲ ਰਿਹਾ ਸੀ ਪ੍ਰੋਟੈਸਟ, ਰਾਜਾ ਸਿੰਘ ਜਿਹੜੇ ਨਿਹੰਗ ਸਿੰਘਾਂ ਦੇ ਇੰਚਾਰਜ ਨੇ, ਇੱਕ ਸਿੰਘ ਜਿਹੜੇ, ਉਹਨਾਂ ਨੇ ਮੇਰੀ ਉਹਨਾਂ ਨਾਲ ਗੱਲ ਵੀ ਕਰਵਾਈ। ਮੈਂ ਕਿਹਾ ਜੀ ਤੁਸੀਂ ਬਹੁਤ ਵੱਡਾ ਰੋਲ ਅਦਾ ਕੀਤਾ ਕਿਸਾਨ ਮੋਰਚੇ ਦੀ ਫਤਹ ਦੇ ਵੇਲੇ, ਕਿਉਂਕਿ ਨਿਹੰਗਾਂ ਨੇ 4 ਚੁਫੇਰੇ ਪ੍ਰੋਟੈਕਟਿਵ ਅੰਬਰੇਲਾ ਦਿੱਤਾ ਹੋਇਆ ਸੀ, ਔਰ ਇਵੇਂ ਹੀ ਅੱਜ ਪੂਰੇ ਜਾਓ ਜਲਾਲ ਦੇ ਨਾਲ ਨੇ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਰਤੀ ਹਕੂਮਤ, ਔਰ ਜਿਵੇਂ ਉਹਨਾਂ ਨੇ ਲੰਡਨ ਔਰ ਸੈਨ ਫਰਾਂਸਿਸਕੋ ਦੀ ਘਟਨਾ ਨੂੰ ਆਧਾਰ ਬਣਾ ਕੇ ਬਹੁਤ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਕੀਤਾ, ਪਰ ਜਿਹੜੀ ਇਸ ਸਟੋਰੀ ਨੂੰ ਵੀ ਟਿਲਟ ਦਿੱਤੀ ਹੋਈ ਹੈ, ਪਾਕਿਸਤਾਨ's ISI organizing protests abroad through pro Khalistan elements, ਔਰ ਫਿਰ ਨਾਲ ਜੋੜ ਕੇ officials pro Khalistan supporters vandalize the Indian High Commission in London and Indian Consulate in San Francisco। ਹੁਣ ਇਸ ਨੂੰ ਬੇਸ਼ੱਕ ਅਸੀਂ ਜਦੋਂ ਦੇਖਦੇ ਹਾਂ ਕਿ ਭਾਈ ਝੰਡਾ ਤੁਹਾਡਾ ਲਾ ਕੇ ਲਾ ਦਿੱਤਾ ਜੀ, ਇੱਥੋਂ ਤੱਕ ਤੁਹਾਡਾ ਹੱਕ ਬਣਦਾ, ਉਹਨੂੰ ਉਹ ਕਰੀ ਜਾਣ। ਪ੍ਰੋਟੈਸਟ ਹੁੰਦਾ ਕਿ ਵੀ ਤੁਸੀਂ, ਔਰ ਅਮਰੀਕਾ UK 'ਚ ਈਵਨ ਤੁਸੀਂ ਝੰਡਾ, ਆਸਟ੍ਰੇਲੀਆ 'ਚ ਵੀ ਝੰਡਾ ਸਾੜ ਵੀ ਦਿਓ, ਉਹਦਾ ਕੋਈ। ਪਰ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਇਹ ਵੀ ਤਾਕੀਦ ਕਰਨਾ ਚਾਹੁੰਦੇ ਹਾਂ, ਬੇਸ਼ੱਕ ਰੂਸ ਹੈ, ਜਦੋਂ ਤੁਸੀਂ ਪੱਥਰਬਾਜ਼ੀ ਕਰਦੇ ਹੋ ਜਾਂ ਕੋਈ ਵੀ ਐਸੀ ਐਕਟੀਵਿਟੀ, ਭਾਵੇਂ ਤੁਹਾਡੇ 'ਚ ਹੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੈਨ ਫਰਾਂਸਿਸਕੋ ਬਾਰੇ ਜਿੰਨੀ ਕਿ ਰਿਪੋਰਟ ਸਾਡੇ ਕੋਲ ਹੈ ਕਿ ਵਿਦਨ ਕੌਂਸੂਲੇਟ ਜਿਹੜੇ ਏਜੰਟ ਪ੍ਰੋਵੋਕੇਟਿਵ, ਜਿਨ੍ਹਾਂ ਦੇ ਲਈ ਲਫ਼ਜ਼ ਦੀ ਉਕਤਾ ਵਿਦਨ ਕਰਾਊਡ ਹੁੰਦੇ ਨੇ, ਜਿਹੜੇ ਕਰਾਊਡ ਨੂੰ ਭੜਕਾ ਰਹੇ ਹੁੰਦੇ ਨੇ, ਉਹਨਾਂ 'ਚ ਕੌਣ ਹੈ। ਲੇਕਿਨ
ਇਹ ਡੈਲੀਬਰੇਟਲੀ ਜਿਹਨੂੰ ਕਹਿੰਦੇ ਨੇ ਦੇ ਆਸਕਡ ਫॉर ਇਟ, ਕਿ ਉਹਨਾਂ ਨੇ ਪ੍ਰਵੋਕ ਕੀਤਾ ਬਾਰ-ਬਾਰ, ਅੰਦਰੋਂ ਤੁਸੀਂ ਗਾਲਾਂ ਕੱਢੋ ਜਾਂ ਅੰਦਰੋਂ ਦੰਦੀਆਂ ਚੜਾਓ ਜਾਂ ਕੋਈ ਹੋਰ ਨਿਸ਼ਾਨ ਜਾਂ ਕੋਈ ਹੋਰ ਕਰੋ। ਲੇਕਿਨ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਇਸ ਵੇਲੇ ਵਰਲਡ ਵਾਈਡ ਸਾਡੀ ਪ੍ਰੈਜ਼ੈਂਸ, ਪ੍ਰੋਟੈਸਟ ਸਾਡੀ ਸਟਰੈਂਥ ਦਾ ਸੂਚਕ ਨੇ, ਜੇ ਅਸੀਂ ਇਸ ਕਿਸਮ ਦੀ ਕਿਸੇ ਵਾਇਲੈਂਸ ਜਾਂਦੇ, ਔਰ ਆਸਟ੍ਰੇਲੀਆ 'ਚ ਬੜਾ ਵੈਲ ਕੰਟਰੋਲਡ, ਜਿਵੇਂ ਪਰਥ ਬਾਰੇ ਬਰੀਫਿੰਗ ਸਾਨੂੰ ਮਿਲੀ ਹੈ ਜਾਂ ਕੈਨਬਰਾ ਦੇ ਉੱਤੇ ਹੈ ਜਾਂ ਆਉਣ ਵਾਲੇ ਪੀਰੀਅਡ ਜਿੱਥੇ ਪੱਕਾ ਮੋਰਚਾ ਦੋਨੋਂ ਤਿੰਨੋਂ ਥਾਵਾਂ ਤੇ ਹੈ, ਕਿ ਉਹਨਾਂ ਨੇ ਉਹ ਪੁਲਿਸ ਨਾਲ ਵੀ ਜਿਹੜਾ ਉਹ ਪਹਿਲਾਂ ਰਾਬਤਾ ਕਰਦੇ ਨੇ, ਉਹਨਾਂ ਨੂੰ ਬਰੀਫ ਵੀ ਕਰਦੇ ਨੇ, ਔਰ ਆਸਟ੍ਰੇਲੀਆ 'ਚ ਈਵਨ ਇਨਰ ਲੈਵਲ ਦੀ ਲੌਬੀ ਇਸ ਵੇਲੇ ਉਹਨਾਂ ਦੀ ਪੋਲੀਟੀਕਲੀ ਐਮਪੀਜ਼ ਨਾਲ ਦੂਸਰੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਜ਼ਰੂਰ ਕੌਸ਼ੀਅਸ ਅਪਰੋਚ ਦੇਵਾਂਗੇ ਕਿ ਭਾਈ ਇਹ ਲੜਾਈ ਦਾ ਇੱਕ ਨਵਾਂ ਫੇਜ਼ ਹਕੂਮਤ ਨੇ ਸਾਡੇ ਤੇ ਭਰਪਾ ਕੀਤਾ। ਇਹ ਇੱਕ ਦੋ ਦਿਨ 'ਚ ਮੁੱਕਣ ਵਾਲੀ ਨਹੀਂ ਹੈ। ਐਸੀ ਕੋਈ ਹਰਕਤ ਨਾ ਕਰੀਏ ਕਿ ਇੱਥੇ ਸਾਡੇ ਬੱਚੇ ਬੱਚੀਆਂ ਜਾਂ ਕੋਈ ਹੋਰ ਜਿਹੜੇ ਪੰਥ ਨਾਲ ਪਿਆਰ ਰੱਖਦੇ ਨੇ ਉਹ ਕੇਸਾਂ 'ਚ ਉਲਝੇ ਹੋਣ। PR ਦੇ ਐਂਗਲ ਤੋਂ ਇੰਡੀਅਨ ਗਵਰਨਮੈਂਟ ਸਾਨੂੰ ਅਗੇਨ ਉਸੇ ਹੀ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰੇ ਕਿ ਭਾਈ ਜਿਵੇਂ ਇਹਨਾਂ ਨੇ 에ਅਰ ਇੰਡੀਆ ਦਾ ਕਰਾ ਕੇ ਕੀਤਾ ਸੀ। ਤੇ ਸੈਕੰਡਲੀ ਬਹੁਤ ਵਾਰ ਜਦੋਂ ਤੁਸੀਂ ਇੱਕ ਲੰਬੀ ਲੜਾਈ 'ਚ ਜਾ ਰਹੇ ਹੁੰਦੇ ਹੋ, ਸਾਨੂੰ ਆਪਣੀ ਸਟ੍ਰੈਟਜੀ, ਐਨਰਜੀ ਉਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਵੀ ਹੈ, ਕਿਉਂਕਿ ਅਲਟੀਮੇਟਲੀ ਇਹ ਲੜਾਈ ਲੰਬੀ ਹੋਣ ਜਾ ਰਹੀ ਹੈ ਔਰ ਇਸ ਦੇ ਲਈ ਸਾਨੂੰ ਲੰਬਾ ਵਕਤ ਇਹਨਾਂ ਮੁਲਕ ਔਰ ਪਾਵਰ, ਸਟਰੈਂਥ ਡਾਇਸਪੋਰਾ ਹੀ ਹੋਏਗੀ। ਇਹ ਨੋਟ ਆਫ ਕੌਸ਼ਨ ਵੀ ਰੱਖੀਏ ਕਿ ਕੋਈ ਵੀ ਵਾਇਲੈਂਸ ਕਿਸੇ ਲੈਵਲ ਤੇ ਵੀ, ਨੋ ਮੈਟਰ ਕਿੰਨੀ ਪ੍ਰੋਵੋਕੇਸ਼ਨ ਦੁਸ਼ਮਣ ਦੇ ਪਾਸਿਓਂ ਹੈ, ਉਹ ਸਾਡੇ ਹੱਕ 'ਚ ਨਹੀਂ ਜਾਂਦੀ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਗੱਲਬਾਤ ਦੁਬਾਰਾ ਸ਼ੁਰੂ ਕਰਾਂਗੇ।